ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਰਾਮ ਰਹੀਮ ਦੀ। ਰਾਮ ਰਹੀਮ ਜੋ ਕਿ ਜੇਲ੍ਹ ਦੇ ਵਿੱਚ ਨੇ, ਸੁਨਾਰੀਆ ਜੇਲ੍ਹ ਦੇ ਵਿੱਚ ਨੇ, ਉਹਨਾਂ ਦੀਆਂ ਉੱਥੇ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਐਸਆਈਟੀ ਇੱਕ ਵਾਰ ਫਿਰ ਤੋਂ ਪੁੱਛ ਪੜਤਾਲ ਕਰੇਗੀ। ਕਿਉਂ ਪੁੱਛ ਪੜਤਾਲ ਕਰੇਗੀ, ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਨੂੰ ਸੀਐਮ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ। ਇੱਕ ਵੱਡਾ ਨੇਤਾ, ਇੱਕ ਵੱਡਾ ਨਾਮ, ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਦਾ ਕਾਂਗਰਸ ਵੱਲੋਂ ਚੋਣ ਲੜ ਸਕਦਾ। ਕਿਹੜਾ ਉਹ ਚਿਹਰਾ, ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। बहुत बहुत शुक्रिया जी। ਸੋ ਅਣਖੀ ਸਾਹਿਬ, ਖਬਰਾਂ ਬੜੀਆਂ ਅਹਿਮ ਨੇ ਜਿਨ੍ਹਾਂ ਬਾਰੇ ਗੱਲਬਾਤ ਕੀਤੀ ਹੈ ਤੇ ਇੱਕ ਅਹਿਮ ਖਬਰ ਹੈ, ਭਾਜਪਾ ਵੀ ਇੱਕ ਤਿੱਖੇ ਹਮਲੇ ਅੱਜ ਅਪਣਾਏ ਨੇ ਸੀਐਮ ਚੰਨੀ ਦੇ ਉੱਪਰ, ਸਰਕਾਰ ਦੇ ਉੱਪਰ। ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰੀਏ। ਸਭ ਤੋਂ ਪਹਿਲਾਂ ਗੱਲਬਾਤ ਕਰੀਏ ਰਾਮ ਰਹੀਮ ਦੀ। ਰਾਮ ਰਹੀਮ ਜਿਹੜੇ ਕਿ ਪਹਿਲਾਂ ਹੀ ਜੇਲ੍ਹ ਦੇ ਅੰਦਰ ਨੇਗੇ, ਸਜ਼ਾ ਭੁਗਤ ਰਹੇ ਨੇ। ਉਹਨਾਂ ਦੇ ਉੱਪਰ ਉਹਨਾਂ ਵੱਲੋਂ ਐਸਆਈਟੀ ਦੇ ਵੱਲੋਂ ਪਹਿਲਾਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਸੀ ਜੇਲ੍ਹ ਦੇ ਅੰਦਰ ਜਾ ਕੇ, ਲੇਕਿਨ ਇੱਕ ਵਾਰ ਫਿਰ ਤੋਂ ਐਸਆਈਟੀ ਨੇ ਦੁਬਾਰਾ ਪੁੱਛ ਪੜਤਾਲ ਦੀ ਗੱਲ ਕੀਤੀ ਹੈ। ਐਸਆਈਟੀ ਕਹਿ ਰਹੀ ਹੈ ਕਿ ਉਹਨਾਂ ਨੇ ਜਦੋਂ ਪਿਛਲੀ ਪੁੱਛ ਪੜਤਾਲ ਹੋਈ ਤੇ ਉਹਦੇ ਵਿੱਚ ਕੁਝ ਅਹਿਮ ਖੁਲਾਸੇ ਕੀਤੇ ਸੀ, ਜਿਨ੍ਹਾਂ ਨੂੰ ਲੈ ਕੇ ਉਹ ਜੇਲ੍ਹ ਤੋਂ ਬਾਹਰ ਉਹਨਾਂ ਦੇ ਜੋ ਸਮਰਥਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ, ਉਹਨਾਂ ਤੋਂ ਪੁੱਛ ਪੜਤਾਲ ਕਰ ਸਕਦੇ ਨੇ ਤੇ ਲੋੜ ਪਈ ਤਾਂ ਗ੍ਰਿਫਤਾਰੀ ਵੀ ਕਰ ਸਕਦੇ ਨੇ। ਕਿਵੇਂ ਦੇਖ ਰਹੇ ਹੋ, ਜਦੋਂ ਕਿ ਇੱਕ ਵਾਰ ਫਿਰ ਤੋਂ ਦੁਬਾਰਾ ਪੁੱਛ ਪੜਤਾਲ ਹੋਏਗੀ, ਅਹਿਮ ਖੁਲਾਸੇ ਹੋਰ ਵੀ ਬਾਹਰ ਆ ਸਕਦੇ ਨੇ? ਕਿਸ ਤਰ੍ਹਾਂ ਦੇਖ ਰਹੇ ਹੋ ਰਾਮ ਰਹੀਮ ਦੀਆਂ ਮੁਸ਼ਕਿਲਾਂ ਨੂੰ ਜੋ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ? देखो मान साहब, जिस तरीके ਨਾਲ ਰਾਮ ਰਹੀਮ ਦੇ ਦੁਆਲੇ ਸਕੰਜਾ ਕੱਸਿਆ ਜਾ ਰਿਹਾ ਉਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਐਸਆਈਟੀ ਦੀ ਜਿਹੜੀ ਐਸਆਈਟੀ ਗਈ ਔਰ ਸੁਨਾਰੀਆ ਜੇਲ੍ਹ 'ਚ ਉਸਨੇ ਰਾਮ ਰਹੀਮ ਨਾਲ ਗੱਲਬਾਤ ਕੀਤੀ। ਗੱਲਬਾਤ ਕਰਨ ਤੋਂ ਉਪਰੰਤ ਉਹਨਾਂ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਹੈ ਪੇਸ਼ ਕੀਤੀ। ਹਾਲਾਂਕਿ ਹਾਈ ਕੋਰਟ ਨੇ ਉਹਨਾਂ ਕੋਲ ਡਿਮਾਂਡ ਨਹੀਂ ਸੀ ਕੀਤੀ ਰਿਪੋਰਟ ਦੀ, ਪਰ ਇਹਦੇ ਬਾਵਜੂਦ ਇਹ ਐਸਆਈਟੀ ਨੇ ਆਪਣੀ ਰਿਪੋਰਟ ਜਿਹੜੀ ਹਾਈ ਕੋਰਟ ਦੇ ਟੇਬਲ ਤੇ ਰੱਖੀ ਔਰ ਉਹਦੇ ਨਾਲ ਹੀ ਨਾਲ ਇਹ ਮੰਗ ਕੀਤੀ ਕਿ ਸਾਨੂੰ ਜਦੋਂ ਗੱਲਬਾਤ ਦੌਰਾਨ ਰਾਮ ਰਹੀਮ ਨੇ ਕੋਈ ਵੀ ਜਿਹੜਾ ਸਹਿਯੋਗ ਆ ਉਹ ਨਹੀਂ ਦਿੱਤਾ, ਸਹਿਯੋਗ ਨਹੀਂ ਦਿੱਤਾ ਤੇ ਉਹਨੇ ਗੱਲਾਂ ਘੁਮਾ ਫਿਰਾ ਕੇ ਜਿਹੜੀਆਂ ਗੱਲਬਾਤ ਕੀਤੀ। ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਸੀ ਕਿ 140 ਸਵਾਲ ਐਸਆਈਟੀ ਵੱਲੋਂ ਪੁੱਛੇ ਗਏ ਸੀ ਤੇ ਜਿਹਦੇ ਵਿੱਚੋਂ ਉਹਨਾਂ ਦਾ ਜ਼ਿਆਦਾ ਦਾ ਜਵਾਬ ਉਹਨੇ ਕੋਈ ਜ਼ਿਆਦਾ ਪ੍ਰਭਾਵ ਕਰਨ ਵਾਲਾ ਨਹੀਂ ਦਿੱਤਾ, ਕੇਵਲ ਗੋਲ-ਮੋਲ ਜਵਾਬ ਦਿੱਤੇ ਤੇ ਪੂਰਨ ਤੌਰ ਤੇ ਸਹਿਯੋਗ ਨਹੀਂ ਦਿੱਤਾ। ਪਰ ਉਸ ਤਰ੍ਹਾਂ ਗੱਲਬਾਤ ਦੇ ਵਿੱਚ ਜਿਹੜੀ ਐਸਆਈਟੀ ਦੀ ਟੀਮ ਸੀ, ਐਸਆਈਟੀ ਨੂੰ ਬਹੁਤ ਕੁਝ ਲੱਭਾ, ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਕਿ ਰਾਮ ਰਹੀਮ ਦੀ ਹੁਣ ਬੇਅਦਬੀ ਦੇ ਮੁੱਦੇ ਦੇ ਉੱਤੇ ਗ੍ਰਿਫਤਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ, ਕਿਉਂਕਿ ਜੇ ਗ੍ਰਿਫਤਾਰੀ ਹੋਏਗੀ ਤਾਂ ਹੀ ਉਹ ਸਾਜ਼ਿਸ਼ ਜਿਹੜੀ ਅਸਲੀ ਕਿਹੜੇ ਸਾਜ਼ਿਸ਼ ਦੇ ਕਿਰਦਾਰ ਸੀ, ਕਿਹੜੇ ਉੱਥੇ ਖਲਨਾਇਕ ਸੀ, ਕਿਹਨਾਂ ਨੇ ਬੈਠ ਕੇ ਉੱਥੇ ਡੇਰੇ ਦੇ ਵਿੱਚ ਬੈਠ ਕੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧੀ ਯੋਜਨਾ ਬਣਾਈ ਤੇ ਕਿਹੜੇ ਕਿਹੜੇ ਲੋਕ ਉਹਦੇ ਵਿੱਚ ਸ਼ਾਮਲ ਸਨ। ਕਿਉਂਕਿ ਇਹ ਗੱਲ ਤਾਂ ਹੁਣ ਜੱਗ ਜ਼ਾਹਿਰ ਹੋ ਚੁੱਕੀ ਆ। ਜਿਸ ਦਿਨ ਦੀ ਐਸਆਈਟੀ ਉਹਦੇ ਨਾਲ ਗੱਲਬਾਤ ਕਰਕੇ ਕਿ ਜਿਹੜੀ ਅੰਦਰ ਗੱਲਬਾਤ ਹੋਈ, ਜਿਹੜੀ ਸਾਜ਼ਿਸ਼ ਜਿਹੜੀ ਬੁਰਜਵਾਰ ਸਿੰਘ ਵਾਲਾ ਵਿਖੇ ਹੋਈ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਕਰਨਾ, ਉਸ ਤੋਂ ਬਾਅਦ ਪੋਸਟਰ ਲਾਉਣੇ, ਉਹ ਸਾਰੀ ਸਾਜ਼ਿਸ਼ ਜਿਹੜੀ ਸੀ ਉਹ ਡੇਰੇ 'ਚ ਹੋਈ ਔਰ ਉਸ ਦੀ ਗੱਲ ਜਿਹੜੀ ਹਰ ਇਨਫੋਰਮੇਸ਼ਨ ਜਿਹੜੀ ਆ ਉਹ ਰਾਮ ਰਹੀਮ ਨੂੰ ਸੀ। ਤਾਂ ਜੇਕਰ ਰਾਮ ਰਹੀਮ ਇਹ ਸਭ ਕੁਝ ਇਹ ਗੱਲਾਂ ਐਸਆਈਟੀ ਨੇ ਘੋਖ ਪੜਤਾਲ ਦੇ ਦਰਮਿਆਨ ਇਹ ਗੱਲਾਂ ਦਾ ਪਤਾ ਕੀਤਾ ਤੇ ਜੇਕਰ ਹੁਣ ਇਹਦੇ ਬਾਵਜੂਦ ਵੀ ਹਰਿਆਣਾ ਸਰਕਾਰ ਉਹਦੀ ਗ੍ਰਿਫਤਾਰੀ 'ਚ ਰੁਕਾਵਟ ਪਾਉਂਦੀ ਆ ਤਾਂ ਕੁਦਰਤੀ ਤੌਰ ਤੇ ਇਹ ਫਿਰ ਮੁੱਦਾ ਜਿਹੜਾ ਉਹ ਕੁਝ ਹੋਰ ਤਰੀਕੇ ਦਾ ਜਾਏਗਾ। ਪਰ ਹੁਣ ਇਸ ਤਰ੍ਹਾਂ ਲੱਗਦਾ, ਕਿਉਂਕਿ 2-3 ਕੇਸਾਂ 'ਚ ਰਾਮ ਰਹੀਮ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਜਿਹੜੀ ਹੋ ਚੁੱਕੀ ਆ, ਤਾਂ ਹੁਣ ਨਹੀਂ ਲੱਗਦਾ ਕਿ ਹਰਿਆਣਾ ਸਰਕਾਰ ਜਿਹੜੀ ਆ ਉਹਦੀ ਪਿੱਠ ਤੇ ਪਿੱਛੇ ਖਲੋਵੇ ਜਾਂ ਉਸ ਨੂੰ ਬਚਾਵੇ, ਕਿਉਂਕਿ ਜੇਕਰ ਹਰਿਆਣਾ ਸਰਕਾਰ ਨੇ ਉਸ ਦੀ ਸਹਾਇਤਾ ਕਰਨੀ ਹੁੰਦੀ ਤਾਂ ਸ਼ਾਇਦ ਫਿਰ ਜਿਸ ਦਿਨ ਪਰਿਵਾਰ ਵਾਲੀ ਐਸਆਈਟੀ ਗਈ ਆ ਉਸ ਦਿਨ ਹੀ ਸੁਨਾਰੀਆ ਜੇਲ੍ਹ 'ਚ ਉਸਨੂੰ ਰਾਮ ਰਹੀਮ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਾਂਦੀ। ਪਰ ਹੁਣ ਕਿਉਂਕਿ ਇਹ ਮਸਲਾ ਸਾਰਾ ਇੱਕ ਲੀਗਲ ਕਾਨੂੰਨੀ ਦਾਅ ਪੇਚ ਦਾ ਮਸਲਾ ਬਣ ਗਿਆ ਤੇ ਦੂਜੇ ਪਾਸੇ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਆ ਉਹਦੇ ਵਾਸਤੇ ਵੀ ਬੇਅਦਬੀ ਦਾ ਮੁੱਦਾ ਇੱਕ ਅਜਿਹਾ ਮੁੱਦਾ ਜਿਹੜਾ 2017 ਤੋਂ ਲੈ ਕੇ ਹੁਣ ਤੱਕ ਉਹਦੇ ਨਾਲ ਚੱਲਦਾ ਆ ਰਿਹਾ ਤੇ ਕਿਸੇ ਵੀ ਸੂਰਤ ਦੇ ਵਿੱਚ ਇਹ ਮੁੱਦਾ ਜਿਹੜਾ ਕਾਂਗਰਸ ਸਰਕਾਰ ਦੇ ਗਲੋਂ ਨਹੀਂ ਲੱਥ ਰਿਹਾ, ਨਾ ਉਹਨਾਂ ਦੇ ਗਲੋਂ ਲੱਥ ਰਿਹਾ, ਨਾ ਕਰਨ ਵਾਲੇ ਨਾ ਕਰਾਉਣ ਵਾਲੇ। ਜਿਹਦੇ ਵੀ ਕੋਈ ਦਿਲ ਕਰਦਾ ਇਸ ਮੁੱਦੇ ਨੂੰ ਲੈ ਕੇ ਧਮਕੀ ਜਿਹੜੀ ਆ ਉਹ ਦੇ ਦਿੰਦਾ। ਇਹ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਬਾਰ-ਬਾਰ ਕਿਤੇ ਉਹ ਗੱਲਬਾਤ ਕਰ ਰਹੇ ਸੀ ਇੱਕ ਪ੍ਰੋਗਰਾਮ ਦੇ ਦਰਮਿਆਨ, ਤਾਂ ਉਹ ਸਿੱਧਾ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਕਾਂਗਰਸ ਵਾਲੇ ਕਹਿੰਦੇ ਨੇ ਬੇਅਦਬੀਆਂ ਮੈਂ ਕਰਾਈਆਂ, ਜੇ ਮੈਂ ਕਰਾਈਆਂ ਤਾਂ ਫਿਰ ਮੈਨੂੰ ਫੜ ਲਓ। ਮਤਲਬ ਕਹਿਣ ਦਾ ਅਰਥ ਹੈ ਕਿ ਭਾਵੇਂ ਵਿਰੋਧੀ ਪਾਰਟੀ ਹੋਵੇ, ਭਾਵੇਂ ਸੱਤਾ ਤੋਂ ਦੂਰ ਗਈ ਪਾਰਟੀ ਹੋਵੇ ਤੇ ਭਾਵੇਂ ਸੱਤਾ ਦੇ ਵਿੱਚ ਪਾਰਟੀ ਜਿਹੜੀ ਇਸ ਵੇਲੇ ਰਾਜ ਕਰਦੀ ਹੈ,
ਇਹ ਸਾਰੀਆਂ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਇੱਕ ਅਜਿਹਾ ਮੁੱਦਾ ਹਥਿਆਰ ਬਣਾ ਕੇ ਵਰਤੀਆਂ ਪਈਆਂ ਕਿ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇੱਥੋਂ ਸਿਆਸੀ ਲਾਹਾ ਲਿਆ ਜਾ ਸਕੇ। ਪਰ ਇਸ ਕਰਕੇ ਜਿਹੜੀ ਹੁਣ ਦੀ ਜਿਹੜੀ ਮੌਜੂਦਾ ਐਸਆਈਟੀ ਆ ਜਿਹੜੀ ਪਰਿਵਾਰ ਵਾਲੀ, ਬੇਸ਼ੱਕ ਇਸ ਦਾ ਗਠਨ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਗਿਆ ਸੀ, ਪਰ ਇਹਦੇ ਬਾਵਜੂਦ ਜਿਹੜੀ ਸਥਿਤੀ ਉਹ ਇਹ ਆ ਕਿਉਂਕਿ ਹੁਣ ਕੋਰਟ ਦੀ ਜਿਹੜੀ ਇਨਵੋਲਵਮੈਂਟ ਆ ਸਿੱਧੀ ਇਹਦੇ ਵਿੱਚ ਹੋ ਗਈ ਹੈ, ਤਾਂ ਕੋਰਟ ਜਿਹੜਾ ਇਸ ਮਸਲੇ ਦੀ ਸਾਰੀ ਨਿਗਰਾਨੀ ਕਰਦਾ ਪਿਆ ਆ। ਤਾਂ ਜਦੋਂ ਮਾਨਯੋਗ ਹਾਈ ਕੋਰਟ ਇਸ ਮੁੱਦੇ ਦੀ ਨਿਗਰਾਨੀ ਕਰ ਰਹੀ ਆ ਤਾਂ ਕੁਦਰਤੀ ਤੌਰ ਤੇ ਫਿਰ ਇਹਦੇ ਚੰਗੇ ਸਿੱਟੇ ਜਿਹੜੇ ਉਹ ਨਿਕਲ ਸਕਦੇ ਆ। ਪਰ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਕਿ ਹੁਣ ਕੀ ਗ੍ਰਿਫਤਾਰੀ ਰਾਮ ਰਹੀਮ ਦੀ ਦੁਬਾਰਾ ਇਹ ਪੰਜਾਬ ਪੁਲਿਸ ਜਾਂ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਹੋ ਸਕਦੀ ਆ। ਅਗਰ ਮਾਨਯੋਗ ਹਾਈ ਕੋਰਟ ਕਿਸੇ ਵੀ ਮੁੱਦੇ ਤੇ ਸਖਤ ਸਟੈਂਡ ਲੈ ਲਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਰਾਮ ਰਹੀਮ ਨੂੰ ਮੁੜ ਗ੍ਰਿਫਤਾਰ ਕੀਤਾ ਜਾ ਸਕਦਾ। ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸੰਤ ਹਰਿਆਣੇ ਦਾ ਹੀ ਸੰਤ ਬੜਾ ਮਸ਼ਹੂਰ ਸੀ, ਸਤ ਰਾਮ ਕੋਈ ਇਸ ਤਰ੍ਹਾਂ ਦਾ ਨਾਂ ਸੀ, ਸਤਪਾਲ, ਤਾਂ ਉਹ ਵੀ ਆਪਣੇ ਡੇਰੇ ਦੇ ਵਿੱਚ ਜਾ ਕੇ ਲੋਕੇ ਬੈਠ ਗਿਆ। ਤਾਂ ਉਸਨੇ ਜਦੋਂ ਡੇਰੇ 'ਚ ਪੁਲਿਸ ਦੀ ਇੰਟਰਫੇਰੈਂਸ ਕੀਤੀ, ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ, ਮਾਫ ਕਰਦਾ ਉਹਦਾ ਨਾਮ ਮੈਨੂੰ ਕਲੀਅਰ ਨਹੀਂ ਆ, ਕੋਈ ਇਸ ਤਰ੍ਹਾਂ ਦਾ ਸਤਪਾਲ ਜਾਂ ਇਸ ਤਰ੍ਹਾਂ ਦਾ ਨਾਮ ਸੀ ਉਹਨਾਂ ਦਾ। ਤਾਂ ਉਹ ਜਦੋਂ ਕੋਰਟ ਨੇ ਹਾਈ ਕੋਰਟ ਨੇ ਕਿਹਾ ਕਿ ਗ੍ਰਿਫਤਾਰ ਕਰਕੇ ਦਿਓ, ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਸੀ ਕਰ, ਟਾਲ ਮਟੋਲ ਕਰਦੀ ਸੀ ਤੇ ਕਾਫੀ ਟਕਰਾਅ ਹੋਇਆ। ਤਾਂ ਮੈਨੂੰ ਹਾਈ ਕੋਰਟ ਦੀ ਇੱਕ ਸਖਤ ਟਿੱਪਣੀ ਅਜੇ ਤੱਕ ਯਾਦ ਆ। ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਇਹ ਸੰਤ ਦੇ ਮਨ 'ਚ ਵਹਿਮ ਆ ਤਾਂ ਇਸ ਨੂੰ ਅਸੀਂ ਧਰਤੀ ਦੇ ਦੂਜੇ ਕੋਨੇ ਤੋਂ ਵੀ ਕੱਢ ਕੇ ਲਿਆ ਸਕਦੇ ਹਾਂ। ਕਹਿਣ ਦਾ ਅਰਥ ਹੈ ਕਿ ਜੇਕਰ ਕੋਰਟ ਸਖਤ ਹੋਵੇ, ਕੋਈ ਵੀ ਕੋਰਟ ਜੇਕਰ ਅਦਾਲਤ ਇਹ ਚਾਹੁੰਦੀ ਹੈ ਕਿ ਇਨਸਾਫ ਤੱਕ ਪਹੁੰਚਣਾ, ਤਾਂ ਫਿਰ ਕੋਈ ਸੰਤ ਹੋਵੇ, ਕੋਈ ਸਾਧ ਹੋਵੇ, ਫਿਰ ਉਹ ਕਾਨੂੰਨ ਦੇ ਅੜਿੱਕੇ ਤੋਂ ਜਾਂ ਕਾਨੂੰਨ ਦੇ ਸਕੰਜੇ ਤੋਂ ਨਹੀਂ ਬਚ ਸਕਦਾ। ਤਾਂ ਜਿਸ ਤਰੀਕੇ ਨਾਲ ਐਸਆਈਟੀ ਟੀਮ ਜਿਹੜੀ ਆ ਹੁਣ ਬੜਾ ਫੂ ਕੇ ਕਦਮ ਰੱਖਦੀ ਪਈ ਆ, ਹਰ ਸਟੈਪ ਲੈ ਰਹੀ ਆ, ਔਰ ਉਹਨਾਂ ਸਟੈਪਾਂ ਦੇ ਲੈਣ ਕਰਕੇ ਹੀ ਅੱਜ ਜਿਹੜਾ ਆ ਉਹਦੇ ਵਾਸਤੇ ਜਿਹੜੀ ਐਸਆਈਟੀ ਆ ਉਸਨੇ ਇਹ ਮੰਗ ਕੀਤੀ ਆ ਕਿ ਸਾਡੇ ਕੋਲ ਇਹ ਜਿਹੜਾ ਗ੍ਰਿਫਤਾਰ ਕਰਨ ਦਾ ਸਾਨੂੰ ਜਿਹੜੀ ਉਹ ਇਜਾਜ਼ਤ ਦਿੱਤੀ ਜਾਵੇ ਜਾਂ ਹੁਕਮ ਜਿਹੜੇ ਉਹ ਜਾਰੀ ਕੀਤੇ ਜਾਣ। ਤਾਂ ਬੇਸ਼ੱਕ 18 ਦਸੰਬਰ ਜਿਹੜੀ ਤਰੀਕ ਆ ਉਹ ਨਿਰਧਾਰਿਤ ਕੀਤੀ ਗਈ ਆ। ਸੋ ਆਉਂਦਿਆਂ ਦਿਨਾਂ ਦੇ ਵਿੱਚ ਰਾਮ ਰਹੀਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਕਾਫੀ ਵੱਧ ਸਕਦੀਆਂ ਨੇ, ਇਹ ਸਮਾਂ ਦੱਸੇਗਾ। ਜੀ ਮਾਨ ਸਾਹਿਬ। ਸੋਲੰਕੀ ਸਾਹਿਬ, ਜਿਵੇਂ ਐਸਆਈਟੀ ਨੇ ਪਹਿਲਾਂ ਪੁੱਛਗਿੱਛ ਕੀਤੀ ਸੀ ਤੇ ਅੱਜ ਨੇ ਉਹਨਾਂ ਨੇ ਅਦਾਲਤ ਦੇ ਵਿੱਚ ਦੱਸਿਆ ਵੀ ਕੁਝ ਗੱਲਾਂ ਨੂੰ ਲੈ ਕੇ ਗੋਲ ਮੋਲ ਜਵਾਬ ਦਿੱਤੇ ਗਏ ਨੇ, ਲੇਕਿਨ ਕੁਝ ਅਹਿਮ ਖੁਲਾਸੇ ਵੀ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਐਸਆਈਟੀ ਨੇ ਕਿਹਾ ਵੀ ਅਸੀਂ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਸਕਦੇ ਜਾਂ ਪੁੱਛਗਿੱਛ ਕਰ ਸਕਦੇ ਹਾਂ। ਇਹ ਬਾਤ ਦੀ ਗੱਲ ਆ ਕਿਹੜੇ ਉਹ ਵਿਅਕਤੀ ਹੋਣਗੇ। ਲੇਕਿਨ ਜੇਕਰ ਗੱਲ ਰਾਮ ਰਹੀਮ ਦੀ ਕਰੀਏ, ਜਿਹੜੀ ਦੁਬਾਰੋਂ ਪੁੱਛਗਿੱਛ ਹੋਏਗੀ, ਕੀ ਦੇਖ ਰਹੇ ਹੋ ਇਹ ਪਹਿਲਾਂ ਵਾਲੇ ਸਵਾਲ ਹੀ 140 ਸਵਾਲਾਂ ਵਿੱਚ ਹੀ ਹੋਣਗੇ ਜਿਨ੍ਹਾਂ ਦੇ ਗੋਲ ਮੋਲ ਜਵਾਬ ਦਿੱਤੇ ਗਏ ਸੀ, ਜਾਂ ਰਾਮ ਰਹੀਮ ਨੇ ਡਿਨਾਈ ਕੀਤੇ ਸੀ? ਇਹ ਸਵਾਲ ਉਹੀ ਹੋਣਗੇ ਜਾਂ ਪਿਛਲੀ ਪੁੱਛਗਿੱਛ ਦੇ ਆਧਾਰ ਦੇ ਉੱਪਰ ਨਵੇਂ ਸਵਾਲ ਐਸਆਈਟੀ ਲੈ ਕੇ ਜਾਏਗੀ? ਕਿਵੇਂ ਦੇਖ ਰਹੇ ਹੋ? ਦੇਖੋ, ਐਸਆਈਟੀ ਨੇ ਤਾਂ ਉਸ ਮੁੱਦੇ ਦੀ ਜੜ ਤੱਕ ਪਹੁੰਚਣਾ, ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਸਵਾਲ ਅੱਗੇ ਕੀਤੇ ਆ ਉਹੀ ਸਵਾਲ ਉਹਨਾਂ ਨੇ ਦੁਬਾਰਾ ਕਰਦੇ ਆ। ਸਵਾਲਾਂ ਦਾ ਰੂਪ ਰੇਖਾ ਬਦਲੀ ਜਾ ਸਕਦੀ ਹੈ, ਸਵਾਲਾਂ ਦਾ ਜਿਹੜੇ ਪ੍ਰਸ਼ਨ ਜਿਹੜੇ ਕਰਦੇ ਨੇ ਉਹਨਾਂ ਦਾ ਰੂਪ ਬਦਲਿਆ ਜਾ ਸਕਦਾ, ਉਹਨਾਂ ਦਾ ਤਰੀਕਾ ਬਦਲਿਆ ਜਾ ਸਕਦਾ, ਪਰ ਸੰਬੰਧਤ ਤਾਂ ਇਹੋ ਹੀ ਆ ਕਿ ਇਹ ਜਿਹੜੀ ਸਾਜ਼ਿਸ਼ ਰਚੀ ਸੀ ਇਹਦੇ ਵਿੱਚ ਮੁੱਖ ਦੋਸ਼ੀ ਕਿਹੜੇ ਸਨ, ਕਿਹੜੇ ਉਹ ਵਾਕਈ ਜਿਹੜੀ ਮਤਲਬ ਬੁਰਜ ਜਵਾਹਰ ਸਿੰਘ ਵਾੜਾ ਦੇ ਵਿੱਚ ਜੋ ਇੰਸੀਡੈਂਟ ਵਾਪਰਿਆ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਕਿੱਥੇ ਕਿੱਥੇ ਖੜਿਆ ਗਿਆ। ਔਰ ਨਹਾਇਤ ਸ਼ਰਮ ਦੀ ਗੱਲ ਹੈ ਕਿ ਜੇਕਰ ਇਸ ਤਰ੍ਹਾਂ ਗੱਲ ਹੋਈ ਤਾਂ ਉਸ ਸਮੇਂ ਦੀ ਮੌਜੂਦਾ ਅਕਾਲੀ ਸਰਕਾਰ ਕੀ ਕਰਦੀ ਪਈ ਸੀ। ਸਭ ਕੁਝ ਹੋ ਰਿਹਾ ਔਰ ਅਕਾਲੀ ਸਰਕਾਰ ਨੂੰ ਪਤਾ ਵੀ ਆ, ਪਰ ਫਿਰ ਵੀ ਅਜਿਹਾ ਕੁਝ ਵਾਪਰਦਾ ਪਿਆ। ਤਾਂ ਇਸ ਦੀਆਂ ਜਿਹੜੀਆਂ ਤਾਰਾਂ ਨੇ, ਇਹਦੀਆਂ ਕੜੀਆਂ ਨੇ, ਮਾਨ ਸਾਹਿਬ ਕਿਤੇ ਨਾ ਕਿਤੇ ਇਹ ਬਾਦਲ ਪਰਿਵਾਰ ਨਾਲ ਕਥਿਤ ਤੌਰ ਤੇ ਤਾਂ ਜੁੜਦੀਆਂ ਨੇ। ਮੈਂ ਕਥਿਤ ਤੌਰ ਤੇ ਕਹਿ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਲੋਕ ਕਹਿੰਦੇ ਨੇ ਕਿ ਲੋਕ ਇਹੋ ਕਹਿੰਦੇ ਕਿ ਬੇਦਬੀ ਦੀਆਂ ਘਟਨਾਵਾਂ ਦੇ ਸੰਬੰਧੀ ਸੁਖਬੀਰ ਬਾਦਲ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤ ਕੁਝ ਪਤਾ ਸੀ। ਵੱਡੇ ਬਾਦਲ ਸਾਹਿਬ ਦੀ ਤਾਂ ਆਪਾਂ ਗੱਲ ਚਲੋ ਨਹੀਂ ਕਰ ਸਕਦੇ, ਸੁਖਬੀਰ ਨੂੰ ਕਥਿਤ ਤੌਰ ਤੇ ਕਹਿੰਦੇ ਪਤਾ ਸੀ ਮਾਫੀ ਦਾ ਇੰਸੀਡੈਂਟ ਜੋ ਹੋਣਾ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਇੱਕ ਅਹਿਮ ਘੜੀ ਰਿਹਾ। ਤਾਂ ਕਿਤੇ ਨਾ ਕਿਤੇ ਆ ਜਿਹੜੀ ਐਸਆਈਟੀ ਆ ਜਿਸ ਤਰੀਕੇ ਨਾਲ ਉਹਨਾਂ ਨੂੰ ਡਰਿਆ ਹੋਣਾ ਇਸ ਵੇਲੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਕਿ ਇਹ ਸਕੰਜਾ ਸਾਡੇ ਦੁਆਲੇ ਕੱਸਣ ਰਹੀ ਆ, ਉਹ ਸਕੰਜਾ ਜਿਹੜਾ ਉਹਨਾਂ ਨੂੰ ਡਰਾ ਬਿਲਕੁਲ ਠੀਕ ਡਰਿਆ, ਕਿਉਂਕਿ ਜਿਸ ਤਰੀਕੇ ਨਾਲ ਐਸਆਈਟੀ ਫੂ ਕੇ ਕਦਮ ਰੱਖਦੀ ਪਈ ਆ ਔਰ ਇਸ ਸਾਰੇ ਜਿਹੜਾ ਘਟਨਾਕ੍ਰਮ ਸੀ ਇਹਦੀ ਆਖਰੀ ਕੜੀ ਤੱਕ ਜਾਣਾ ਸਮਝ ਰਹੀ ਆ। ਤਾਂ ਇਸ ਆਖਰੀ ਘਟਨਾਕ੍ਰਮ ਜਿਹੜਾ ਆਖਰੀ ਕੜੀ ਆ ਉਹ ਕਿੱਥੇ ਜਾ ਕੇ ਰੁਕਦੀ ਆ? ਐਸਆਈਟੀ ਦਾ ਮੇਨ ਮੁੱਦਾ ਜਿਹੜਾ ਨਾ ਉਹ ਇੱਥੋਂ ਤੱਕ ਪਹੁੰਚਣਾ, ਤਾਂ ਉੱਥੇ ਪਹੁੰਚਣ ਤੱਕ ਉਹ ਕਿੱਥੋਂ ਤੱਕ ਸਫਲ ਹੁੰਦੇ ਜਾਂ ਕਿੱਥੋਂ ਤੱਕ ਸਫਲ ਨਹੀਂ ਹੁੰਦੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਐਸਆਈਟੀ ਇਸ ਵੇਲੇ ਹਰ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਜਾਂਚ ਕਰਕੇ ਫੂਕ ਕੇ ਕਦਮ ਜਿਹੜੀ ਰੱਖਦੀ ਪਈ ਆ। ਸਵਾਲ ਨਵੇਂ ਵੀ ਹੋ ਸਕਦੇ ਨੇ, ਸਵਾਲ ਪੁਰਾਣੇ ਵੀ ਹੋ ਸਕਦੇ ਨੇ। ਬਾਕੀ ਸਵਾਲ ਉਦੋਂ ਇਹ ਥੋੜਾ ਕਰਦਾ ਕਿ ਉਹਨੂੰ ਜਾ ਕੇ ਪੁੱਛਣਗੇ ਕਿ ਹਾਂਜੀ ਹੁਣ ਤੈਨੂੰ ਨਰਿੰਦਰ ਮੋਦੀ ਦਾ ਕਿੰਨਾ ਕੁ ਸਮਰਥਨ ਪ੍ਰਾਪਤ ਸੀ ਜਾਂ ਖੱਟਰ ਸਰਕਾਰ ਦਾ ਕਿੰਨਾ ਕੁ ਪ੍ਰਾਪਤ ਸੀ। ਮੁੱਦਾ ਜਾਂ ਇਸ਼ੂ ਤਾਂ ਉਹੀ ਰਹਿਣਾ, ਪਰ ਉਹਨਾਂ ਦਾ ਢੰਗ ਤਰੀਕਾ ਜਿਹੜਾ ਬਦਲਿਆ ਜਾ ਸਕਦਾ। 140 ਸਵਾਲ ਉਦੋਂ ਹੋਏ ਸੀ, ਹੁਣ ਹੋ ਸਕਦਾ
ਕਿ 140 ਤੋਂ ਵੀ ਘਟ ਜਾਣ, 140 ਤੋਂ ਵੀ ਵੱਧ ਜਾਣ। ਸੋ ਸਮਾਂ ਜਿਹੜਾ ਇਹ ਆਉਣ ਵਾਲਾ ਜਿਹੜਾ ਸਮਾਂ ਦੱਸੇਗਾ। ਜੀ ਮਾਨ ਸਾਹਿਬ। ਸੋਹਣਕੀ ਸਾਹਿਬ, ਜਿਵੇਂ ਕਲੀਅਰ ਹੁੰਦਾ ਜਾ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਰਾਮ ਦੀਆਂ ਮੁਸ਼ਕਿਲਾਂ ਵਧਣਗੀਆਂ ਜ਼ਰੂਰ ਜਦੋਂ ਐਸਆਈਟੀ ਦੁਬਾਰਾ ਪੜਤਾਲ ਕਰੀ। ਤੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਦੀਆਂ ਵੀ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਿਹਾ। ਜਿਵੇਂ ਕਿ ਪਿਛਲੇ ਦਿਨ ਦਾ ਆਪਾਂ ਕੁਝ ਦਿਨਾਂ ਦਾ ਘਟਨਾਕ੍ਰਮ ਦੇਖੀਏ ਤਾਂ ਆਮ ਆਦਮੀ ਪਾਰਟੀ ਨੂੰ ਵੱਡੀ ਢਾਹ ਲੱਗਦੀ ਨਜ਼ਰ ਆ ਰਹੀ ਹੈ। ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਨਾਮ, ਵੱਡੇ ਚਿਹਰੇ ਪਾਰਟੀ ਤੋਂ ਦੂਰ ਹੁੰਦੇ ਜਾ ਰਹੇ ਨੇ। ਜੇਕਰ ਹੁਣ ਗੱਲ ਕਰੀਏ, ਜੇਕਰ ਢਾਹ ਲਾਉਣ ਦੀ ਗੱਲ ਕਰੀਏ ਤਾਂ ਕਾਂਗਰਸ ਸਭ ਤੋਂ ਵੱਧ ਢਾਹ ਲਾਈ ਹੈ, ਸੀਐਮ ਚੰਨੀ ਨੇ ਸਭ ਤੋਂ ਵੱਧ ਢਾਹ ਲਾਈ ਹੈ ਕੇਜਰੀਵਾਲ ਨੇ। ਹੁਣ ਨਵੀਂ ਗੱਲ ਕਰੀਏ ਜੋ ਕਿ ਸੋਨੂੰ ਸੂਦ ਜਿਵੇਂ ਕੱਲ ਸੀਐਮ ਚੰਨੀ ਨੂੰ ਮਿਲੇ ਸੀ, ਜੋ ਕਿ ਬਿਲਕੁਲ ਕੇਜਰੀਵਾਲ ਦੇ ਬਹੁਤ ਨਜ਼ਦੀਕ ਨੇ, ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਤਕਰੀਬਨ ਇੱਕ ਤੈਅ ਹੋ ਚੁੱਕਿਆ ਸੀ ਜੋ ਸੀਟ ਲੜ ਸਕਦੇ ਨੇ ਜਾਂ ਫਿਰ ਉਹਨਾਂ ਦੀ ਸਿਸਟਰ ਮੋਗਾ ਤੋਂ ਸੀਟ ਲੜ ਸਕਦੀ ਹੈ। ਲੇਕਿਨ ਕੱਲ ਉਹਨਾਂ ਦੀ ਇੱਕ ਲੰਮੀ ਚਰਚਾ ਹੋਈ ਸੀਐਮ ਚੰਨੀ ਦੇ ਨਾਲ ਚੰਡੀਗੜ੍ਹ ਵਿਖੇ। ਅੱਜ ਕਿਆਸ ਰਾਈਆਂ ਇਹ ਨੇ ਕਿ ਸ਼ਾਮ ਨੂੰ ਉਹਨਾਂ ਦੇ ਘਰ ਦੇ ਵਿੱਚ, ਕਿਉਂਕਿ ਉਹ ਆਪਣੇ ਮੋਗਾ ਸਥਿਤ ਨਿਵਾਸ ਤੇ ਸਿੰਘ ਸਿੱਧੂ ਜਾਣਦੇ ਆ, ਕਿਆਸ ਰਾਈਆਂ ਨੂੰ ਨਵਜੋਤ ਸਿੰਘ ਸਿੱਧੂ ਅੱਜ ਜਾ ਕੇ ਉਹਨਾਂ ਨੂੰ ਮਿਲ ਸਕਦੇ ਨੇ। ਕਿਵੇਂ ਦੇਖ ਰਹੇ ਹੋ ਇਹ ਦੋ ਮਿਲਣੀਆਂ, ਕਾਂਗਰਸ ਦੇ ਦੋ ਵੱਡੇ ਕੱਦਵਾਰ ਨੇਤਾਵਾਂ ਦੀਆਂ ਮਿਲਣੀਆਂ ਸੋਨੂੰ ਸੂਦ ਦੇ ਨਾਲ? ਕਿ ਸੋਨੂੰ ਸੂਦ ਕਾਂਗਰਸ ਨੂੰ ਜੁਆਇਨ ਕਰਨਗੇ, ਸੋਨੂੰ ਸੂਦ ਜਾਂ ਉਹਨਾਂ ਦੀ ਸਿਸਟਰ, ਜਿਵੇਂ ਕਿ ਪਹਿਲਾਂ ਕਿਆਸ ਰਹੇ ਸੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਚੋਣ ਲੜਨਗੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨੂੰ ਸੂਦ ਦਾ ਪਰਿਵਾਰ ਜਾਂ ਸੋਨੂੰ ਸੂਦ ਖੁਦ ਕਾਂਗਰਸ ਵਿੱਚ ਜੁਆਇਨ ਹੋ ਕੇ ਕਾਂਗਰਸ ਵੱਲੋਂ ਟਿਕਟ ਲੜਦੇ ਨਜ਼ਰ ਆ ਰਹੇ ਨੇ? ਕਿਵੇਂ ਦੇਖ ਰਹੇ ਹੋ ਇਹਨਾਂ ਦੋ ਮੁਲਾਕਾਤਾਂ? ਦੇਖੋ, ਸੋਨੂੰ ਸੂਦ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਕਰੋਨਾ ਯੁੱਗ ਦੇ ਵਿੱਚ ਉਸਨੇ ਲੋਕਾਂ ਦੀ ਸਹਾਇਤਾ ਕੀਤੀ ਔਰ ਜਿਸ ਤਰੀਕੇ ਨਾਲ ਉਹ ਲੋਕਾਂ ਦੇ ਨਾਲ ਜੁੜਿਆ ਰਿਹਾ, ਉਹ ਲੋਕਾਂ ਦੀ ਚਰਚਾਵਾਂ ਦਾ ਵਿਸ਼ਾ ਬਣਿਆ। ਬੇਸ਼ੱਕ ਸ਼ੇਦੀ ਉਹ ਬਈਆ ਜੀ ਸਮਾਈਲ ਪਲੀਜ਼ ਬਤਾ ਬੜਾ ਮਸ਼ਹੂਰ ਇੱਕ ਫਿਲਮ ਦੇ ਵਿੱਚ ਉਹ ਡਾਇਲੌਗ ਸੀ, ਤਾਂ ਉਹਦੀ ਸਮਾਈਲ ਜਿਹੜੀ ਸੀ, ਮੇਰਾ ਖਿਆਲ ਉਹ ਫਿਲਮ ਜਿਹੜੀ ਸੀ ਉਹਦੀ ਸਲਮਾਨ ਖਾਨ ਨਾਲ ਫਿਲਮ ਸੀ, ਜਿਹਦੇ ਵਿੱਚ ਉਹ ਸ਼ੇਦੀ ਸਿੰਘ ਦੀ ਭੂਮਿਕਾ ਜਿਹੜੀ ਆ ਉਹ ਅਦਾ ਕਰਤਾ। ਭਈਆ ਜੀ ਸਮਾਈਲ ਬੜਾ ਚਰਚਿਤ ਡਾਇਲੌਗ ਸੀ ਉਸ ਫਿਲਮ ਦਾ। ਤਾਂ ਉਹ ਸਮਾਈਲ ਉਹ ਫਿਲਮ ਦੇ ਵਿੱਚ ਉਹਨੇ ਕਿਸ ਤਰੀਕੇ ਨਾਲ ਕੀਤੀ ਜਾਂ ਕਿਸ ਤਰੀਕੇ ਨਾਲ ਨਹੀਂ ਕੀਤੀ, ਪਰ ਜਿਸ ਤਰੀਕੇ ਨਾਲ ਕਰੋਨਾ ਯੁੱਗ ਦੇ ਵਿੱਚ ਉਹਨੇ ਉਹਨਾਂ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਂਦੀ, ਉਹ ਮੁਸਕਰਾਹਟ ਹਮੇਸ਼ਾ ਲੋਕ ਯਾਦ ਰੱਖਣਗੇ ਸੋਨੂੰ ਸੂਦ ਦੀ। ਬਿਨਾਂ ਕਿਸੇ ਸਵਾਰਥ ਤੋਂ ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਨੂੰ ਹੱਸ ਕੇ ਵਿਖਾਇਆ ਤਾਂ ਲੋਕਾਂ ਨੂੰ ਹਸਾਇਆ ਵੀ ਉਸ ਦੁੱਖ ਦੀ ਘੜੀ ਦੇ ਵਿੱਚ। ਤਾਂ ਜਿਹਦੇ ਕਰਕੇ ਉਸ ਵਿਅਕਤੀ ਦੀ ਉਸ ਕਰੋਨਾ ਕਾਲ ਦੇ ਵਿੱਚ ਕੀਤੀ ਗਈ ਜਿਹੜੀ ਕੰਮ ਆ ਉਸ ਦੀ ਸ਼ਲਾਘਾ ਕਰਨੀ ਜਿਹੜੀ ਬਣਦੀ ਆ ਔਰ ਕਰਨੀ ਵੀ ਚਾਹੀਦੀ ਹੈ, ਕਿਉਂਕਿ ਇੱਕ ਪਾਸੇ ਤਾਂ ਉਹ ਵਿਅਕਤੀ ਆ ਜਿਹੜਾ ਬਿਨਾਂ ਕਿਸੇ ਸਵਾਰਥ ਤੋਂ ਕਰੋਨਾ ਯੁੱਗ 'ਚ ਮਾਨਵਤਾ ਦੀ ਸੇਵਾ ਵਾਸਤੇ ਅੱਗੇ ਆ, ਤੇ ਦੂਜੇ ਪਾਸੇ ਕੰਗਨਾ ਰਣਾਵਤ ਵਰਗੇ ਵੀ ਅਦਾਕਾਰਾਂ ਹਨ ਜਿਹੜੀਆਂ ਕਹਿੰਦੇ ਕਿ ਆਜ਼ਾਦੀ ਜਿਹੜੀ ਹੈ 2014 'ਚ ਮਿਲੀ ਹੈ। ਚਲੋ ਉਹ ਗੱਲਾਂ ਆਪਾਂ ਕਿਤੇ ਬਾਅਦ 'ਚ ਕਰਾਂਗੇ, ਗੱਲ ਸੋਨੂੰ ਸੂਦ ਦੀ ਚੱਲਦੀ ਪਈ ਹੈ। ਤਾਂ ਸੋਨੂੰ ਸੂਦ ਦੀ ਗੱਲ ਜਿਸ ਤਰੀਕੇ ਨਾਲ ਗੱਲ ਕੀਤੀ ਕਿ ਅੱਜ ਪਿਛਲੇ ਦਿਨਾਂ ਦੇ ਵਿੱਚ ਉਹਦੀ ਆਮ ਆਦਮੀ ਪਾਰਟੀ 'ਚ ਜਾਣ ਦੀ ਚਰਚਾਵਾਂ ਸਨ, ਕਿਉਂਕਿ ਇਹ ਸਮਝਿਆ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਨਾਲ ਉਸਦੀਆਂ ਕਾਫੀ ਮੁਲਾਕਾਤਾਂ ਹੋਈਆਂ ਜਾਂ ਉਹਨਾਂ ਨੂੰ ਆਫਰ ਵੀ ਕੀਤੀ ਗਈ, ਤੇ ਇੱਥੋਂ ਤੱਕ ਵੀ ਕਈਆਂ ਨੇ ਕਹਿਤਾ ਸੀ ਕਿ ਸ਼ਾਇਦ ਮੁੱਖ ਮੰਤਰੀ ਦਾ ਉਹ ਚਿਹਰਾ ਹੋ ਸਕਦੇ ਨੇ। ਚਲੋ ਇਹ ਇੱਕ ਕਿਆਸ ਰਹੀਆਂ ਸਨ, ਸੰਭਾਵਨਾਵਾਂ ਸਨ, ਅਫਵਾਹਾਂ ਸਨ, ਪਰ ਜਿਸ ਤਰੀਕੇ ਦੇ ਨਾਲ ਇੱਕਦਮ ਘਟਨਾਕ੍ਰਮ ਪੰਜਾਬ ਦੀ ਸਿਆਸਤ ਦੇ ਬਦਲਦੇ ਪਏ ਆ ਔਰ ਜਿਸ ਤਰੀਕੇ ਨਾਲ ਕਾਂਗਰਸ ਇਸ ਵੇਲੇ ਹਾਵੀ ਹੋ ਰਹੀ ਹੈ, ਕਾਂਗਰਸ ਹਾਵੀ ਦਾ ਮੈਂ ਕਹਾਂ ਚਰਨਜੀਤ ਸਿੰਘ ਚੰਨੀ ਨਿੱਜੀ ਤੌਰ ਤੇ ਹਾਵੀ ਹੋ ਰਿਹਾ, ਕਿਉਂਕਿ ਉਸ ਦੀ ਕੰਮ ਕਰਨ ਦੀ ਜਿਹੜੀ ਕਾਰਜਸ਼ੈਲੀ ਆ ਜਾਂ ਉਸ ਦਾ ਵਿਹਾਰ ਜਿਹੜਾ ਉਹ ਆਮ ਜਨ ਸਧਾਰਨ ਨੂੰ ਪ੍ਰਭਾਵਿਤ ਕਰਦਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਦਿੱਖ ਦੇ ਵਿੱਚ ਨਹੀਂ ਸੀ। ਕੈਪਟਨ ਅਮਰਿੰਦਰ ਦੀ ਦਿੱਖ ਔਰ ਚਰਨਜੀਤ ਸਿੰਘ ਚੰਨੀ ਦੀ ਕਾਰਜਸ਼ੈਲੀ ਨੇ ਇਹ ਸਾਬਤ ਕਰ ਦਿੱਤਾ ਕਿ ਲੋਕ ਜਿਹੜੇ ਨੇ ਕੰਮ ਕਰਨ ਵਾਲੇ ਬੰਦੇ ਨੂੰ ਜ਼ਰੂਰ ਯਾਦ ਰੱਖਣੇ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ, ਚਾਹੇ ਉਹ ਕਾਂਗਰਸ ਸਰਕਾਰ ਦਾ ਹੋਵੇ, ਤੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ। ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਆਮ ਆਦਮੀ ਪਾਰਟੀ 'ਚ ਗਿਆ ਉਹ ਵਾਕਿਆ ਹੀ ਆਮ ਆਦਮੀ ਹੋਵੇਗਾ, ਜ਼ਰੂਰੀ ਨਹੀਂ ਆ। ਉਹ ਵੀ ਬੜਾ ਕੁਝ ਹੋ ਸਕਦਾ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚੋਂ ਪੁੱਟ ਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਲਾ ਰਹੀ ਹੈ ਜਾਂ ਦੂਜੀਆਂ ਪਾਰਟੀਆਂ ਇਸ ਤਰ੍ਹਾਂ ਕਰਦੀਆਂ। ਤਾਂ ਸੋਨੂੰ ਸੂਦ ਦੀ ਜਿਹੜੀ ਗੱਲ ਆਪਾਂ ਕਰੀਏ ਕਿ ਬੀਤੇ ਦੌਰ ਦੇ ਵਿੱਚ ਜਿਸ ਤਰੀਕੇ ਨਾਲ ਚੰਨੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਚਲੋ ਐਲਾਨ ਹੀ ਕੀਤੇ ਜਾਂ ਕੰਮ ਹੀ ਕੀਤੇ ਆ, ਤਾਂ ਕੁਦਰਤੀ ਤੌਰ ਤੇ ਉਹ ਵਿਅਕਤੀ ਪ੍ਰਭਾਵਿਤ ਹੋ ਕੇ ਔਰ ਉਸ ਦੀ ਭੈਣ ਜਿਹੜੀ ਮਲਾਈਕਾ ਆਈ ਥਿੰਕ ਨਾਮ ਉਸਦਾ ਜਿੱਦ ਤੱਕ ਆਪਾਂ ਨੂੰ ਮਿਲਿਆ ਕਿ ਉਹ ਦੋਵੇਂ ਭੈਣ ਭਰਾ ਜਾਂ ਭੈਣ ਜਿਹੜੀ ਆ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਜਾਂ ਸੋਨੂੰ ਸੂਦ ਹੋ ਸਕਦਾ ਔਰ ਮੌਕੇ ਤੋਂ ਕਾਂਗਰਸ ਦੀ ਟਿਕਟ ਜਿਹੜੀ ਹੈ ਉਹਨਾਂ ਨੂੰ ਮਿਲ ਸਕਦੀ ਹੈ। ਹੁਣ ਅੱਜ ਦਾ ਜਿਹੜਾ ਘਟਨਾਕ੍ਰਮ ਆ ਕਿ ਅੱਜ ਦਾ ਘਟਨਾਕ੍ਰਮ ਜਿਸ ਤਰੀਕੇ ਨਾਲ ਸਾਹਮਣੇ ਆ ਰਿਹਾ ਕਿ ਉਸਦੇ ਘਰ ਦੀ ਇਸ ਵੇਲੇ ਉਹ ਮੌਕੇ ਦੇ ਵਿੱਚ ਆਪਣੇ ਜੱਦੀ ਘਰ ਦੇ ਵਿੱਚ ਮੌਜੂਦ ਨੇ, ਤੇ ਪੁਲਿਸ ਦੀ ਜਿਹੜੀ ਹਾਰਡ ਸਿਕਿਉਰਿਟੀ ਆ
ਉਹਨਾਂ ਦੇ ਘਰ ਨੂੰ ਘੇਰਾ ਪਾ ਕੇ ਬੈਠੇ ਆ ਔਰ ਬਕਾਇਦਾ ਤੌਰ ਤੇ ਵੀਆਈਪੀ ਵੀਵੀਆਈਪੀ ਦਾ ਆਉਣਾ ਜਾਣਾ ਉਹਨਾਂ ਦੇ ਘਰ ਵਿੱਚ ਲੱਗਾ ਹੋਇਆ ਔਰ ਸਮਝਿਆ ਜਾ ਰਿਹਾ ਕਿ ਸ਼ਾਇਦ ਜਦੋਂ ਅਸੀਂ ਇਹ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਤੇ ਜਦੋਂ ਪ੍ਰੋਗਰਾਮ ਪਬਲਿਸ਼ਰ ਕਰੀਏ ਤਾਂ ਉਦੋਂ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜੇ ਨਵਜੋਤ ਸਿੱਧੂ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੋਵੇ ਜਾਂ ਖਤਮ ਹੋ ਚੁੱਕੀ ਹੋਵੇ। ਚਰਨਜੀਤ ਸਿੰਘ ਚੰਨੀ ਵੱਲੋਂ ਵੀ ਇਹੋ ਜਿਹਾ ਕੁਝ ਸਮਝਿਆ ਜਾ ਰਿਹਾ। ਸੋ ਕਹਿਣ ਦਾ ਅਰਥ ਹੈ ਕਿ ਜਿਸ ਤਰੀਕੇ ਨਾਲ ਹੁਣ ਕਾਂਗਰਸ ਪਾਰਟੀ ਦੇ ਵਿੱਚ ਖੁਦ ਬਖੁਦ ਲੋਕ ਸ਼ਾਮਲ ਹੋ ਰਹੇ ਆ ਔਰ ਸਭ ਤੋਂ ਜ਼ਿਆਦਾ ਜਿਹੜੇ ਸ਼ਾਮਲ ਹੋ ਰਹੇ ਨੇ ਉਹ ਆਮ ਆਦਮੀ ਪਾਰਟੀ ਤੋਂ ਟੁੱਟ ਕੇ ਹੋ ਰਹੇ ਨੇ, ਤਾਂ ਕੁਦਰਤੀ ਤੌਰ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਆ ਉਹ ਤਾਂ ਹੁਣ ਖਿੱਲਰ ਗਿਆ। ਬਾਰ-ਬਾਰ ਆਪਾਂ ਗੱਲ ਕਰਦੇ ਆ ਉਹਨੂੰ ਬੰਨਣ ਵਾਲੀ ਹੁਣ ਰੱਸੀ ਨਾ ਰਹੀ ਆ, ਤਾਂ ਤੀਲਾ ਅੱਗੇ ਹੋਇਆ ਸੀ ਤਾਂ ਹੁਣ ਜਿਹੜੇ ਨਵੇਂ ਤੀਲੇ ਵਿੱਚ ਦਾਖਲ ਹੋਣੇ ਸੀ ਉਹਨਾਂ ਤੇ ਵੀ ਇੱਕ ਵਿਰਾਮਚਿੰਨ੍ਹ ਜਿਹੜਾ ਉਹ ਲੱਗਦਾ ਨਜ਼ਰ ਆ ਰਿਹਾ। ਸੋ ਆਉਂਦਿਆਂ ਦਿਨਾਂ ਦੇ ਵਿੱਚ ਇਹ ਜਿਹੜੀਆਂ ਦੋ ਤਗੜੀਆਂ ਸੱਟਾਂ ਨੇ, ਜਿਸ ਤਰੀਕੇ ਨਾਲ ਜਗਤਾਰ ਜੱਗੇ ਦਾ ਜਾਣਾ, ਦੋ ਵਿਧਾਇਕ ਰੁਪਿੰਦਰ ਕੌਰ ਰੂਬੀ ਦਾ ਜਾਣਾ ਔਰ ਹੁਣ ਸੋਨੂੰ ਸੂਦ ਦਾ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੀ ਬਜਾਏ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ, ਇਹ ਬਹੁਤ ਵੱਡੇ ਸਿਆਸੀ ਝਟਕੇ ਨੇ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਦੇ ਪਏ ਨੇ। ਹੁਣ ਇਹਨਾਂ ਝਟਕਿਆਂ ਤੋਂ ਆਮ ਆਦਮੀ ਪਾਰਟੀ ਕਿਸ ਹੱਦ ਤੱਕ ਉੱਠਦੀ ਆ ਜਾਂ ਕਿਸ ਹੱਦ ਤੱਕ ਇਹਨੂੰ ਆਪਣੇ ਆਪ ਨੂੰ ਬਚਾਉਂਦੀ ਹੈ ਜਾਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦੀ ਪ੍ਰਸੰਗ ਦੇ ਵਿੱਚ ਕਿਹੜੀ ਰਣਨੀਤੀ ਅਪਣਾਉਂਦੀ ਆ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਅੱਜ ਦੀ ਤਰੀਕ ਦੇ ਵਿੱਚ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਜਿਹੜੀ ਦਿਨ ਬ ਦਿਨ ਬੈਕਫੁੱਟ ਤੇ ਜਾ ਰਹੀ ਆ, ਉਹ ਪਾਰਟੀ ਜਿਹੜੀ ਅੰਦੋਲਨ ਚ ਉੱਠੀ ਸੀ, ਉਹ ਪਾਰਟੀ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਤੀਜੇ ਬਦਲ ਦੇ ਰੂਪ ਚ ਵੇਖਿਆ ਸੀ, ਉਹ ਪਾਰਟੀ ਜਿਹਦੇ ਵਾਸਤੇ ਐਨਆਰਆਈ ਭਰਾਵਾਂ ਨੇ ਆਪਣਾ ਸਭ ਕੁਝ ਇਹਨਾਂ ਉੱਤੇ ਲਾ ਦਿੱਤਾ। 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਇੱਕ ਉਹ ਪਾਰਟੀ ਸੀ ਜਿਹੜੀ ਜਨ ਸਧਾਰਨ ਦੇ ਸੁਪਨਿਆਂ ਨੂੰ ਪੂਰਾ ਕਰਦੀ ਨਜ਼ਰ ਆਉਂਦੀ ਸੀ, ਪਰ 2017 ਤੋਂ ਲੈ ਕੇ 2021 ਆ ਗਿਆ ਔਰ ਹੁਣ ਇਸ ਪਾਰਟੀ ਦੀ ਹੋਂਦ ਜਿਹੜੀ ਆ ਉਹ 9 MLAs ਤੇ ਟਿਕੀ ਆ ਔਰ ਉਹ ਵੀ ਪਤਾ ਨਹੀਂ ਕਿ ਕਿਹੜੇ ਵੇਲੇ ਖਿੰਡ ਪੁੱਟ ਜਾਣੇ ਆ। ਸੋ ਕਹਿਣ ਦਾ ਅਰਥ ਹੈ ਕਿ ਇਹ ਜਿਹੜੇ ਸਿਆਸੀ ਝਟਕੇ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਿਲ ਰਹੇ ਆ, ਇਹ ਉਸ ਦੇ ਭਵਿੱਖ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਜਿਹੜਾ ਜ਼ਰੂਰ ਲਾਉਂਦੇ ਨੇ, ਜਿਸ ਦਾ ਜਵਾਬ ਜਿਹੜਾ ਆਉਂਦਿਆਂ ਦਿਨਾਂ ਵਿੱਚ ਉਹਨੂੰ ਪੰਜਾਬ ਦੇ ਲੋਕਾਂ ਨੂੰ ਵੀ ਮਿਲ ਜਾਏਗਾ ਤੇ ਉਹਦੇ ਭਵਿੱਖ ਨੂੰ ਵੀ ਸਾਹਮਣੇ ਹੋ ਕੇ ਮਿਲ ਜਾਏਗਾ। ਜੀ ਮਾਨ ਸਾਹਿਬ। ਜੀ ਅੰਕਿਤ ਸਾਹਿਬ, ਸੋ ਇਹ ਤੱਕ ਆਪਾਂ ਗੱਲ ਕੀਤੀ ਸੀ ਕੇਜਰੀਵਾਲ ਦੀ ਜਾਂ ਆਮ ਆਦਮੀ ਪਾਰਟੀ ਦੇ ਭਵਿੱਖ ਦੀ। ਹੁਣ ਇੱਕ ਵੱਡਾ ਸਿਆਸੀ ਬਵਾਲ ਜੋ ਕਿ ਪੰਜਾਬ ਦੇ ਰਾਜਨੀਤੀ ਵਿੱਚ ਆਇਆ, ਆਪਾਂ ਉਹਦੀ ਗੱਲ ਕਰੀਏ ਕਿਸਾਨੀ ਸੰਘਰਸ਼ ਦੀ। 26 ਜਨਵਰੀ ਦੀ ਹਿੰਸਾ ਦੀ, ਜਦੋਂ ਕਿ ਕਿਸਾਨ ਟਰੈਕਟਰ ਲੈ ਕੇ ਆਪਣੇ ਦਿੱਲੀ ਪੁੱਜੇ ਸੀ ਤੇ ਇੱਕ ਬੜੀ ਹਿੰਸਾ ਹੋਈ ਸੀ ਲਾਲ ਕਿਲ੍ਹੇ ਵਿੱਚ। ਉਸ ਸੰਦਰਭ ਦੇ ਵਿੱਚ ਸੀਐਮ ਚੰਨੀ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਵੀ ਜਿਹੜੇ ਇਸ ਹਿੰਸਾ ਦੇ ਪੀੜਤ ਸੀ, ਜਿਨ੍ਹਾਂ ਦੀ ਗਿਣਤੀ ਕੀ 83 ਯਾਨੀ ਕਿ 83 ਸੀ, ਉਹਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਚੰਨੀ ਸਰਕਾਰ ਦੇ ਵੱਲੋਂ। ਵੀ ਜਿਹੜੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਇੱਕ ਜੋ ਕਮੇਟੀ ਬਣੀ ਸੀ, ਉਹਨਾਂ ਨੇ ਦੱਸਿਆ ਵੀ ਉੱਥੇ ਜਿਹੜੇ ਇਹ 83 ਪੀੜਤ ਸੀ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਤਸ਼ੱਦਦ ਪੁਲਿਸ ਵੱਲੋਂ ਕੀਤਾ ਗਿਆ, ਦਾੜ੍ਹੀਆਂ ਤੱਕ ਪੁੱਟੀਆਂ ਗਈਆਂ, ਸੱਟਾਂ ਬਹੁਤ ਮਾਰੀਆਂ ਗਈਆਂ। ਸੋ ਉਹਨਾਂ ਦਾ ਮੁਆਵਜ਼ਾ ਦਿੱਤਾ ਗਿਆ ਜੀ ਸੀਐਮ ਚੰਨੀ ਸਰਕਾਰ ਨੇ। ਲੇਕਿਨ ਇਹ ਮੁਆਵਜ਼ਾ ਇੱਕ ਸਿਆਸੀ ਬਵਾਲ ਬਣ ਗਿਆ ਕਿਉਂਕਿ ਭਾਜਪਾ ਨੇ ਆਰੋਪ ਲਾਉਣੇ ਸ਼ੁਰੂ ਕਰਤੇ ਸੀਐਮ ਚੰਨੀ ਦੇ ਉੱਪਰ ਤੇ ਕਾਂਗਰਸ ਸਰਕਾਰ ਦੇ ਉੱਪਰ ਵੀ ਜਿਹੜੀ ਇਹ ਹਿੰਸਾ ਹੋਈ ਸੀ, ਇੱਥੋਂ ਕਲੀਅਰ ਹੋ ਗਿਆ ਵੀ ਇਹ ਮੁਆਵਜ਼ਾ ਨਹੀਂ ਦਿੱਤਾ ਚੰਨੀ ਸਰਕਾਰ ਨੇ, ਇਹ ਉਹਨਾਂ 83 ਲੋਕਾਂ ਨੂੰ ਮੁਆਵਜ਼ਾ ਨਾ ਦੇ ਕੇ ਇੱਕ ਤਰ੍ਹਾਂ ਦਾ ਰਿਵਾਰਡ ਦਿੱਤਾ, ਇਨਾਮ ਦਿੱਤਾ ਗਾ ਇਹ ਹਿੰਸਾ ਕਰਨ ਦਾ। ਸੋ ਕਹਿੰਦੇ ਕਲੀਅਰ ਹੋ ਗਿਆ, ਉਹਨਾਂ ਦੇ ਬਿਆਨ ਆ ਰਹੇ ਨੇ ਭਾਜਪਾ ਦੇ ਵੀ ਇੱਥੋਂ ਇਸ ਗੱਲ ਤੋਂ ਕਲੀਅਰ ਹੈ ਵੀ ਇਸ ਹਿੰਸਾ ਦੇ ਪਿੱਛੇ ਪੂਰੀ ਤਰ੍ਹਾਂ ਕਾਂਗਰਸ ਸਰਕਾਰ ਸੀ। ਇਹ ਕਾਂਗਰਸ ਦੇ ਇਸ਼ਾਰੇ ਉੱਪਰ ਹੀ ਇਹ ਹਿੰਸਾ ਕੀਤੀ ਗਈ ਸੀ ਜੋ ਦਿੱਲੀ ਵਿੱਚ ਹੋਈ ਸੀ 26 ਜਨਵਰੀ ਨੂੰ। ਕਿਵੇਂ ਦੇਖ ਰਹੇ ਹੋ ਇਸ ਸਿਆਸੀ ਬਵਾਲ ਨੂੰ ਤੇ ਕਿਵੇਂ ਦੇਖ ਰਹੇ ਹੋ ਭਾਜਪਾ ਦੇ ਸੁਝਾਅ ਨੂੰ? ਦੇਖੋ, ਭਾਜਪਾ ਦਾ ਤਾਂ ਇਹੋ ਜਿਹਾ ਬਿਆਨ ਆਉਣਾ ਹੀ ਆਉਣਾ, ਉਹਦੇ ਉੱਤੇ ਕੋਈ ਜ਼ਿਆਦਾ ਚਰਚਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਕੁਦਰਤੀ ਤੌਰ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਅਗਰ ਕੋਈ ਵੀ ਫੈਸਲਾ ਆਉਂਦਾ ਤਾਂ ਭਾਜਪਾ ਨੂੰ ਉਹ ਹਮੇਸ਼ਾ ਹੀ ਦੁੱਖ ਦਿੰਦਾ ਔਰ ਦੁੱਖ ਨਹੀਂ ਦਿੰਦਾ, ਉਹਨੂੰ ਬਹੁਤ ਅੰਦਰ ਤੱਕ ਝਿਜੋੜ ਦਿੰਦਾ ਕਿਸਾਨਾਂ ਦੇ ਹੱਕ ਵਿੱਚ। ਜੇਕਰ ਲਖੀਮਪੁਰ ਘਟਨਾ ਦੀ ਗੱਲ ਕਰੀਏ ਤਾਂ ਉਦੋਂ ਵੀ ਭਾਜਪਾ ਨੇ ਇਸ ਗੱਲ ਨੂੰ ਬੜਾ ਆਧਾਰ ਬਣਾਇਆ ਕਿ ਹਾਂਜੀ 50 ਲੱਖ ਰੁਪਈਆ ਜੇ ਉਧਰੋਂ ਨੂੰ ਦਿੱਤਾ ਗਿਆ ਜਾਂ 5 ਜੋ ਵੀ ਰਕਮ ਕਿਸਾਨਾਂ ਨੂੰ ਦਿੱਤੀ ਗਈ ਆ, ਉਹੋ ਜਿਹੀ ਰਕਮ ਜਿਹੜੀ ਆ ਦੂਜਿਆਂ ਨੂੰ ਵੀ ਦੇਣੀ ਚਾਹੀਦੀ ਸੀ। ਚਲੋ ਇਦਾਂ ਦੀਆਂ ਗੱਲਾਂ ਪਤਾ ਭਾਜਪਾ ਨੇ ਕੀਤੀਆਂ। ਤੇ ਅੱਜ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਸਪਾਂਸਰ ਸੀ ਜਾਂ ਕਾਂਗਰਸ ਵੱਲੋਂ ਰਿਵਾਰਡ ਦਿੱਤਾ ਗਿਆ, ਇਹ ਗੱਲ ਤਾਂ ਭਾਜਪਾ ਨੇ ਕਹਿਣੀ ਹੈ। ਪਰ ਇਹਦੇ ਨਾਲ ਹੀ ਨਾਲ ਜੇਕਰ ਅਸੀਂ ਚਰਚਾ ਉਸ ਕਮੇਟੀ ਦੀ ਰਿਪੋਰਟ ਦੇ ਕਰੀਏ, ਜਿਹੜੀ ਰਿਪੋਰਟ ਕਮੇਟੀ ਨੇ ਪੇਸ਼ ਕੀਤੀ ਹੈ ਜਿਹਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ, ਹੋਰ ਜਿਹੜੇ ਬੰਦੇ ਸ਼ਾਮਲ ਸੀ, ਕੁਲਬੀਰ ਜੀਰਾ ਸੀ ਜਾਂ ਹੋਰ ਇੱਕ ਬੰਦੇ ਸ਼ਾਮਲ ਸੀ ਜਿਨ੍ਹਾਂ ਨੇ ਉਸ ਘਟਨਾਵਾਂ ਦੀ ਜਾਂਚ ਕੀਤੀ ਹੈ ਔਰ ਉਸ ਘਟਨਾਵਾਂ ਦੀ ਜਾਂਚ ਕਰਨ ਉਪਰੰਤ ਉਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਕਿ ਉਸ ਦਿਨ ਕਿਸਾਨਾਂ ਨੂੰ ਜਾਂ ਕੁਝ ਨੌਜਵਾਨਾਂ ਨੂੰ ਜਾਣ ਬੁੱਝ ਕੇ ਦਿੱਲੀ ਪੁਲਿਸ ਔਰ ਭਾਜਪਾ ਦੀ ਜਿਹੜੀ ਕੇਂਦਰ ਜਿਹੜੀ ਹੈਗੀ ਆ
ਦਿੱਲੀ ਇਕਾਈ ਜਾਂ ਭਾਜਪਾ ਸਰਕਾਰ ਦੇ ਗੁੰਡਿਆਂ ਨੇ ਖੁਦ ਅਜਿਹੀਆਂ ਸਥਿਤੀਆਂ ਸਿਰਜੀਆਂ ਕਿ ਕਿਸਾਨਾਂ ਨੂੰ ਲਾਲ ਕਿਲੇ ਤੱਕ ਪਹੁੰਚਣ ਵਾਸਤੇ ਸੌਖਾ ਰਸਤਾ ਉਹਨਾਂ ਨੇ ਮੁਹੱਈਆ ਕਰਾਇਆ, ਤਾਂ ਜੋ ਉੱਥੇ ਜਾ ਕੇ ਸਿੱਖਾਂ ਦੀ ਦਿੱਖ ਨੂੰ ਖਰਾਬ ਕੀਤਾ ਜਾਵੇ, ਇਹਨਾਂ ਨੂੰ ਅੱਤਵਾਦੀ ਜਾਂ ਖਾਲਿਸਤਾਨੀ ਸ਼ੋਅ ਕਰਵਾਇਆ ਜਾਵੇ ਜਾਂ ਸਿੱਧ ਕੀਤਾ ਜਾਵੇ। ਔਰ ਇਹਦੇ ਵਿੱਚ ਭਾਜਪਾ ਜਿਹੜੀ ਸੀ ਪੂਰਨ ਤੌਰ ਤੇ ਐਕਟਿਵ ਜਿਹੜੀ ਸੀ ਉਹ ਨਜ਼ਰ ਸੀ। ਭਾਜਪਾ ਦੀ ਭੂਮਿਕਾ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਜੋ ਕੁਝ ਉਸ ਦਿਨ ਲਾਲ ਕਿਲੇ ਦੇ ਉੱਤੇ ਹੋਇਆ ਉਹ ਪੂਰਨ ਤੌਰ ਤੇ ਪੁਲਿਸ ਦੀ ਆਪਸੀ ਇਦਾਂ ਕਹਿ ਸਕਦੇ ਕਿ ਪੁਲਿਸ ਦੀ ਇੱਕ ਸਾਜ਼ਿਸ਼ ਸੀ ਕਿ ਕਿਸਾਨਾਂ ਦੇ ਇਸ ਚੱਲ ਰਹੇ ਧਰਨੇ ਨੂੰ ਬਦਨਾਮ ਕੀਤਾ ਜਾਵੇ ਅੰਤਰਰਾਸ਼ਟਰੀ ਪੱਧਰ ਤੇ। ਤਾਂ ਕੁਝ ਹੱਦ ਤੱਕ ਉਸ ਰਾਤ 26 ਜਨਵਰੀ ਦੀ ਰਾਤ ਨੂੰ ਭਾਰਤੀ ਜਨਤਾ ਪਾਰਟੀ ਜਾਂ ਭਾਜਪਾ ਦੀ ਕੇਂਦਰ ਸਰਕਾਰ ਇਸ ਮੁੱਦੇ ਤੇ ਸਫਲ ਹੋ ਗਈ ਸੀ, ਪਰ ਕਿਉਂਕਿ ਇਸ ਮੁੱਦੇ ਦੇ ਵਿੱਚ, ਇਸ ਕਿਸਾਨ ਅੰਦੋਲਨ ਦੇ ਵਿੱਚ ਉਹ ਲੋਕ ਸਨ ਜਿਹੜੇ ਸੱਚੀ ਆਪਣੇ ਘਰੋਂ ਗਏ ਸਨ, ਉਹਨਾਂ ਦਾ ਉਸ ਘਟਨਾ ਨਾਲ ਸੰਬੰਧ ਨਹੀਂ ਸੀ, ਤਾਂ ਉਸ ਵਕਤ ਰਾਕੇਸ਼ ਟਕੈਤ ਦੇ ਜਿਹੜੇ ਅਥਰੂ ਵਗੇ ਰਾਤੋਂ ਰਾਤ ਹੀ ਉਹਨੇ ਸਥਿਤੀ ਨੂੰ ਪਲਟ ਕੇ ਪੂਰਾ ਕਿਸਾਨਾਂ ਦੇ ਹੱਕ ਵਿੱਚ ਕਰ ਦਿੱਤਾ ਸੀ। ਕਹਿਣ ਦਾ ਅਰਥ ਇਹ ਹੈ ਕਿ ਚਰਚਾ ਇਸ ਗੱਲ ਦੀ ਹੋਣੀ ਚਾਹੀਦੀ ਕਿ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਜਾਂ ਨੌਜਵਾਨਾਂ ਨੂੰ ਉੱਥੇ ਤੱਕ ਜਾਣ ਦਿੱਤਾ। ਬਲਬੀਰ ਸਿੰਘ ਰਾਜੇਵਾਲ ਦਾ ਜਿਹੜਾ ਟਰੈਕਟਰ ਮਾਰਚ ਸੀ ਉਹਦਾ ਕਿਸੇ ਨੇ ਦਿਖਾਇਆ ਹੀ ਨਹੀਂ। ਤਾਂ ਕੇਵਲ ਔਰ ਕੇਵਲ ਕੇਂਦਰ ਦੀ ਇਹ ਰਣਨੀਤੀ ਸੀ ਕਿ ਕਿਸਾਨਾਂ ਨੂੰ ਜਾਂ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬਦਨਾਮ ਕੀਤਾ ਜਾਵੇ ਜਿਹੜੇ ਇਸ ਧਰਨੇ ਦੇ ਵਿੱਚ ਸ਼ਾਮਲ ਸਨ। ਪਰ ਉਹਦਾ ਸਿੱਟਾ ਕੀ ਨਿਕਲਿਆ? ਸਥਿਤੀਆਂ ਜਿਹੜੀਆਂ ਬਦਲ ਗਈਆਂ। ਤੇ ਜੇਕਰ ਹੁਣ ਕਾਂਗਰਸ ਸਰਕਾਰ, ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਆਪਣੇ ਇੱਥੋਂ ਦੇ ਪੰਜਾਬ ਵਾਸੀਆਂ ਨੂੰ ਜਿਹੜੇ ਉੱਥੇ ਜਾ ਕੇ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਨੇ, ਤੇ ਜੇਕਰ ਪੰਜਾਬ ਦੀ ਸਰਕਾਰ ਉਹਨਾਂ ਦੀ ਸਹਾਇਤਾ ਕਰਦੀ ਹੈ ਮਾਈਕ ਧਨ ਦੇ ਪੱਖੋਂ, ਹੋਰ ਤਰੀਕੇ ਦਾ ਪੱਖੋਂ, ਤਾਂ ਘੱਟੋ ਘੱਟ ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਆ। ਤੁਸੀਂ ਜੇਕਰ ਸ਼ਲਾਘਾ ਨਹੀਂ ਕਰ ਸਕਦੇ ਤਾਂ ਆਲੋਚਨਾ ਵੀ ਨਾ ਕਰੋ। ਤੁਸੀਂ ਉਹਨਾਂ ਕਿਸਾਨ ਜਿਹੜੇ 2-2 ਸਾਲਾਂ ਤੋਂ ਉੱਥੇ ਜਾ ਕੇ ਦਿੱਲੀ ਧਰਨਿਆਂ ਤੇ ਬੈਠੇ ਨੇ, ਅੱਜ ਤੱਕ ਕਿਸੇ ਵੀ ਭਾਜਪਾ ਲੀਡਰ ਨੇ, ਭਾਜਪਾ ਦੇ ਨੇਤਾ ਨੇ ਉਹਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਸਿਵਾਏ ਸਤਿਆਪਾਲ ਮਲਿਕ ਦੇ। ਜਿਹੜਾ ਮਾਰਦਾ ਉਸ ਦੀ ਗੱਲ ਕਰਦੀ ਬਣਦੀ ਹੈ। ਤੇ ਜੇਕਰ ਤੁਸੀਂ ਉਹਨਾਂ ਨੂੰ ਉੱਥੇ ਉਹਨਾਂ ਦੀ ਹਾਲਤ ਨੂੰ ਇਹ ਕਹਿੰਦੇ ਜੇਕਰ ਰਿਵਾਰਡ ਦਿੱਤਾ, ਇਨਾਮ ਦਿੱਤਾ ਕਿ ਉੱਥੇ ਝੰਡਾ ਚਾੜਤਾ, ਇਹ ਕਰਤਾ, ਉਹ ਕਰਤਾ, ਇਹੋ ਜਿਹੇ ਰਿਵਾਰਡ ਤਾਂ ਫਿਰ ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ ਹੈ। ਭਾਜਪਾ ਦੇ ਇਹਨਾਂ ਨੇਤਾਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੀ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਦੇ ਰਹੀ ਆ, ਉਸ ਔਰਤ ਨੂੰ ਦੇ ਰਹੀ ਆ ਜਿਹੜੀ ਕਹਿ ਰਹੀ ਆ ਕਿ 1947 ਦੇ ਵਿੱਚ ਆਜ਼ਾਦੀ ਭੀਖ ਦੇ ਰੂਪ 'ਚ ਮਿਲੀ ਤੇ 2014 ਦੇ ਵਿੱਚ ਜਿਹੜੀ ਆਜ਼ਾਦੀ ਆ ਸੱਚੀ ਸਹੀ ਅਰਥਾਂ 'ਚ ਆਜ਼ਾਦੀ ਮਿਲੀ ਆ। ਤਾਂ ਫਿਰ ਜੇਕਰ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ 2-2 ਲੱਖ ਰੁਪਇਆ ਮੰਨ ਲਓ ਇਨਾਮ ਦੇ ਹੀ ਦਿੱਤਾ, ਤੇ ਫਿਰ ਤੁਸੀਂ ਇਹ ਦੱਸੋ ਕਿ ਕੰਗਨਾ ਰਣਾਵਤ ਨੂੰ ਜਿਹੜਾ ਤੁਸੀਂ ਪਦਮ ਸ਼੍ਰੀ ਦਾ ਅਵਾਰਡ ਦੇ ਰਹੇ ਜੀ, ਉਹ ਕਿਹੜੇ ਖਾਤੇ 'ਚ ਦੇ ਰਹੇ ਜੀ? ਉਹਦੀ ਕਿਹੜੀ ਕੰਟਰੀਬਿਊਸ਼ਨ ਆ ਭਾਜਪਾ ਨੂੰ? ਹਾਂ, ਇਹ ਹੈ ਕਿ ਭਾਜਪਾ ਦੇ ਹੱਕ ਵਿੱਚ ਉਹਦਾ ਮੂੰਹ ਜਿਹੜਾ ਵਿਰਾਸਤ ਤੱਕ ਪਾਟਾ ਆ। ਚਲੋ ਇਹ ਗੱਲਾਂ ਕਿਸੇ ਔਰਤ ਦੇ ਸੰਦਰਭ 'ਚ ਕਹਿਣੀਆਂ ਸਾਨੂੰ ਪਾਉਂਦੀਆਂ ਨਹੀਂ ਆ, ਪਰ ਮਾਫ ਕਰਨਾ ਇਹ ਗੱਲ ਕਹਿਣੀ ਵੀ ਜ਼ਰੂਰੀ ਹੈ ਕਿ ਜਿਸ ਤਰੀਕੇ ਨਾਲ ਉਸ ਦੀਆਂ ਸਟੇਟਮੈਂਟਾਂ ਆਉਂਦੀਆਂ, ਜਿਸ ਤਰੀਕੇ ਨਾਲ ਉਹ ਬੋਲਦੀ ਹੈ, ਵੱਡੇ ਛੋਟੇ ਦਾ ਕਦੀ ਉਸਨੇ ਲਿਹਾਜ਼ ਨਹੀਂ ਕੀਤਾ, ਭਾਜਪਾ ਦੇ ਹੱਕ ਵਿੱਚ ਬੋਲਦੀ ਆ। ਔਰ ਜਿਹੜੀ ਆਹ ਸਟੇਟਮੈਂਟ ਦਿੱਤੀ ਹੈ ਕਿ ਭੀਖ 'ਚ ਆਜ਼ਾਦੀ ਮਿਲੀ, ਉਹਨਾਂ ਹਜ਼ਾਰਾਂ ਲੱਖਾਂ ਦੇਸ਼ ਭਗਤਾਂ ਦੀ ਕੁਰਬਾਨੀ ਦਾ ਉਸਨੇ ਮਜ਼ਾਕ ਉਡਾਇਆ ਕਿ ਭਾਜਪਾ ਨੇ ਜਿਹੜਾ ਪਦਮ ਸ਼੍ਰੀ ਦਿੱਤਾ ਕਿ ਉਹਦੇ ਜ਼ਮਾਨੇ 'ਚ ਦਿੱਤਾ। ਭਾਜਪਾ ਦੇ ਨੇਤਾਵਾਂ ਨੂੰ ਇਹਦੇ ਸੰਬੰਧੀ ਵੀ ਗੱਲ ਕਰਨ ਲੱਗਿਆ ਪਹਿਲਾਂ ਸੋਚ ਲੈਣਾ ਚਾਹੀਦਾ ਕਿ ਉਹ ਆਪਣੀ ਉਹਨਾਂ ਦੀ ਚਾਦਰ ਵਿੱਚ ਕੀ ਹੈ ਜਾਂ ਉਹ ਆਪ ਕਿਸ ਤਰ੍ਹਾਂ ਕੀ ਕਰ ਰਹੇ ਨੇ। ਆਪਣੀ ਮੰਜੀ ਥੱਲੇ ਉਹਨਾਂ ਨੂੰ ਸੋਟਾ ਜ਼ਰੂਰ ਫੇਰ ਲੈਣਾ ਚਾਹੀਦਾ, ਫਿਰ ਉਹਨਾਂ ਨੂੰ ਦੂਜਿਆਂ ਦੇ ਪ੍ਰਸ਼ਨ ਜਿਹੜੇ ਨੇ ਉਠਾਉਣੇ ਚਾਹੀਦੇ ਨੇ। ਜੀ ਮਾਨ ਸਾਹਿਬ। ਸੋਨਕੀ ਸਾਹਿਬ, ਤੁਸੀਂ ਇਹਨਾਂ ਅਹਿਮ ਖਬਰਾਂ ਦਾ ਵਿਸ਼ਲੇਸ਼ਣ ਕਰਨ ਲਈ ਸਾਡੇ ਨਾਲ ਜੁੜੇ ਹੋਏ ਤੁਹਾਡਾ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅੰਸੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਇਹਨਾਂ ਅਹਿਮ ਖਬਰਾਂ ਦਾ ਐਨਾਲਿਸਿਸ ਕੀਤਾ ਬੜੇ ਹੀ ਪਿਆਰੇ ਤਰੀਕੇ ਦੇ ਨਾਲ। ਸਾਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਉਹਨਾਂ ਦਾ ਇੱਕ ਕੀਤਾ ਹੋਇਆ ਐਨਾਲਿਸਿਸ ਜ਼ਰੂਰ ਪਸੰਦ ਆਇਆ ਹੋਵੇਗਾ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਖਬਰਾਂ ਦਾ ਕਰਾਂਗੇ ਐਨਾਲਿਸਿਸ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।